सत श्री अकाल जी साਰਿਆਂ ਨੂੰ। मैं धर्मपाल सिंह हिसाब मास्टर गवर्नमेंट हाई स्कूल पतारा। विद्यार्थियों अज असी क्लास 10वीं का 6वां अध्याय का त्रिभुजां जिहड़ा चैप्टर है 6वां अध्याय त्रिभुजां जिहड़ा हैगा आ उस दे बारे चर्चा करांगे। इस दे विच एक्सरसाइज 6.3 दे बारे तुसीं पिछले लेक्चर दे विच बड़े चंगे तरीके नाल समझिया होवेगा। इस दे जिहड़े सिद्धांत हैगे ने 6.3 नूं हल करन वास्ते ਇਹਦੇ ਜਿਹੜੇ ਨਿਯਮ ਹੈਗੇ ਨੇ ਉਹਨਾਂ ਦੇ ਬਾਰੇ ਅਸੀਂ ਚਰਚਾ ਕੀਤੀ ਹੋਵੇਗੀ, ਜਿਵੇਂ ਕਿ ਸਮਰੂਪਤਾ ਦੇ ਨਿਯਮ ਸੀਗੇ। ਆਓ ਵਿਦਿਆਰਥੀਓ ਅਸੀਂ ਸਮਰੂਪਤਾ ਦੇ ਨਿਯਮਾਂ ਬਾਰੇ ਇੱਕ ਛੋਟੇ ਜਿਹੇ ਟਾਈਮ ਦੇ ਵਿੱਚ ਅਸੀਂ ਇਸ ਦੀ ਜਰਾ ਥੋੜੀ ਜਿਹੀ ਜਾਂਚ ਕਰ ਲਈਏ ਕਿਹੜੇ ਕਿਹੜੇ ਹਨ, ਤੇ ਉਸ ਤੋਂ ਬਾਅਦ ਅਸੀਂ ਐਕਸਰਸਾਈਜ਼ ਸਟਾਰਟ ਕਰਾਂਗੇ। ਪਹਿਲਾ ਨਿਯਮ ਹੈ ਵਿਦਿਆਰਥੀਓ ਏ ਭਾਵ ਕੋਣ ਕੋਣ ਕੋਣ। ਜੇਕਰ ਦੋ त्रिभुजां दियां दे संगत कोण आपस दे विच बराबर हुंदे हन, तीनों संगत कोण आपस दे विच बराबर हुंदे हन, तां ओह दोवें त्रिभुजां समरूप हुंदियां हन। दूसरा नियम विद्यार्थियों जो है वो है ए भाव कोण कोण। यानी कि जेकर दो त्रिभुजां दे कोई दो संगत कोण आपस दे विच बराबर हुंदे हन तां फिर भी जिहड़ी हैगी ओह त्रिभुजां आपस दे विच समरूप होणगीਆਂ। ਉਹਦਾ ਕਾਰਨ ਇਹ ਸੀ ਵਿਦਿਆਰਥੀਓ ਕਿ त्रिभुज के तिना कोणों का जोड़ कितना होता है 180 डिग्री। जेकर त्रिभुज के तिना कोणों का जोड़ 180 डिग्री है, दो कोण बराबर हो गए हैं, तो तीसरा कोण अपने आप ही बराबर होएगा। ठीक है जी, उसनूं सानूं सिद्ध करने की लोड़ नहीं पेगी। तीसरी चीज है विद्यार्थियों साइड 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 भाव भुजा 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 तो भाव है जेकर दो त्रिभुजां दियां संगत भुजावां दा अनुपात जिहड़ा है ਉਹ आपस ਦੇ ਵਿੱਚ बराबर होवे ਤਾਂ ਉਹ ਦੋਵੇਂ त्रिभुजां आपस ਦੇ ਵਿੱਚ ਸਮਰੂਪ ਹੋਣਗੀਆਂ। ਤੇ ਚੌਥੀ ਚੀਜ਼ ਹੈ ਵਿਦਿਆਰਥੀਓ SAS ਭਾਵ ਭੁਜਾ ਕੋਣ ਭੁਜਾ ਭੁਜਾ ਕੋਣ ਭੁਜਾ ਤੋਂ ਭਾਵ ਹੈ ਵਿਦਿਆਰਥੀਓ ਜੇਕਰ ਦੋ त्रिभुजां ਦੀਆਂ ਦੋ ਸੰਗਤ ਭੁਜਾਵਾਂ ਦਾ ਅਨੁਪਾਤ ਆਪਸ ਦੇ ਵਿੱਚ ਬਰਾਬਰ ਹੁੰਦਾ ਹੈ ਤੇ ਉਹਨਾਂ ਦੋਨਾਂ ਸੰਗਤ ਭੁਜਾਵਾਂ ਦੇ ਵਿਚਾਲੇ ਵਾਲਾ ਕੋਣ ਵੀ ਆਪਸ ਦੇ ਵਿੱਚ ਬਰਾਬਰ ਹੁੰਦਾ ਹੈ। ਦੇਖੋ ਦੋ ਸੰਗਤ ਭੁਜਾਵਾਂ ਦਾ ਅਨੁਪਾਤ ਬਰਾਬਰ ਹੋਣਾ ਚਾਹੀਦਾ ਹੈ ਤੇ ਉਹਨਾਂ ਦੋ ਭੁਜਾਵਾਂ ਦੇ ਵਿਚਕਾਲੇ ਵਾਲਾ ਕੋਣ ਜਿਹੜਾ ਹੈਗਾ ਉਹ ਵੀ ਆਪਸ ਵਿੱਚ ਬਰਾਬਰ ਹੋਣਾ ਚਾਹੀਦਾ ਹੈ। ਤਾਂ ਫਿਰ ਆਪਾਂ ਉਹਨੂੰ ਕੀ ਕਵਾਂਗੇ ਦੋਨਾਂ त्रिभुजां ਨੂੰ ਉਹ ਦੋਵੇਂ त्रिभुजां ਕੀ ਹੋਣਗੀਆਂ ਸਮਰੂਪ ਹੋਣਗੀਆਂ। ਤੇ ਆਓ ਵਿਦਿਆਰਥੀਓ ਅਸੀਂ ਐਕਸਰਸਾਈਜ਼ 6.3 ਜਿਹੜੀ ਹੈਗੀ ਆ ਉਹ ਸਟਾਰਟ ਕਰਦੇ ਹਾਂ। 6.3 ਐਕਸਰਸਾਈਜ਼ ਦੇ ਵਿੱਚ ਜਿਹੜਾ ਪਹਿਲਾ ਸਵਾਲ ਹੈ ਪਹਿਲੇ ਸਵਾਲ ਨੂੰ ਲਿਖਦੇ ਹਾਂ ਅਸੀਂ। ਫਸਟ ਸਮ ਹੈ ਹੇਠਾਂ ਕਿਹੜੇ ਕਿਹੜੇ जोड़े समरूप ਹਨ ਸਮਰੂਪ ਹਨ। देखो हेठा ਕਿਹੜੇ जोड़े समरूप ਹਨ मतलब त्रिभुजां ਦੇ ਕਿਹੜੇ जोड़े समरूप ਹਨ। पहला जोड़ा है त्रिभुजां ਦਾ जी आप पहली मैं त्रिभुज ਇੱਥੇ ਬਣਾ ਦਿੰਦਾ जी, दूसरी त्रिभुज ਆਪਾਂ ਇੱਥੇ ਬਣਾ ਦਿੰਦੇ ਆ दो जोड़े। ठीक है जी, ਤੇ ਬਾਕੀ ਦੇ ਜਿਹੜੇ ਹੋਣਗੇ ਮੈਂ ਉਮੀਦ ਕਰਾਂਗਾ ਤੁਸੀਂ ਆਪਣੇ ਲੈਵਲ ਦੇ ਉੱਤੇ ਆਪ ਕਰ ਸਕਦੇ ਹੋ। ਪਹਿਲੀ ਚੀਜ਼ ਦੇ ਵਿੱਚ ਕੀ ਦਿੱਤਾ ਸਾਨੂੰ A B C P Q R। ਆ ਕੋਣ ਦਿੱਤਾ ਹੈ ਵਿਦਿਆਰਥੀਓ 60 ਡਿਗਰੀ ਦਾ, ਆ ਕੋਣ ਦਿੱਤਾ ਹੈ 80 ਡਿਗਰੀ ਦਾ ਤੇ ਆ ਕੋਣ ਦਿੱਤਾ ਹੈ 40 ਡਿਗਰੀ ਦਾ। ਇਸੇ ਤਰੀਕੇ ਨਾਲ ਆ ਕੋਣ ਦਿੱਤਾ ਹੈ 60 ਡਿਗਰੀ ਦਾ, ਆ ਕੋਣ ਦਿੱਤਾ ਹੈ 80 ਡਿਗਰੀ ਦਾ, ਆ ਕੋਣ ਦਿੱਤਾ ਹੈ 40 ਡਿਗਰੀ ਦਾ। ਦੂਸਰੇ ਸਵਾਲ ਦੇ ਵਿੱਚ ਇਹ ਹੈ ਜੀ A B C ABC ਦੇ ਵਿੱਚ ਇਹ ਭੁਜਾਵਾਂ ਦਾ ਮਾਪ ਦਿੱਤਾ ਹੈ 2 ਸੈਂਟੀਮੀਟਰ 3 ਸੈਂਟੀਮੀਟਰ ਤੇ 2.5 ਸੈਂਟੀਮੀਟਰ। ਤੀਸਰੀ ਦੇ ਵਿੱਚ ਹੈ ਜੀ PQR। ਜਿਹੜਾ PQR ਹੈ ਉਸ ਵਿੱਚ PQ ਦਾ ਮਾਪ ਹੈ 6 ਸੈਂਟੀਮੀਟਰ, QR ਦਾ ਮਾਪ ਹੈ 4 ਸੈਂਟੀਮੀਟਰ ਤੇ PR ਦਾ ਮਾਪ ਹੈ 5 ਸੈਂਟੀਮੀਟਰ। विद्यार्थियों ਅਸੀਂ ਇਹਨਾਂ ਦੋਵਾਂ त्रिभुजां ਦੇ ਵਿੱਚ ਆ ਪਹਿਲਾ ਪਾਰਟ ਹੈ ਆ ਦੂਸਰਾ ਪਾਰਟ ਹੈ। ਮੈਂ ਇਹ ਦੱਸਣਾ ਚਾਹਨਾ ਹਾਂ ਕਿ ਇਹਨਾਂ ਦੋਵਾਂ ਦੇ ਵਿੱਚੋਂ ਕਿਹੜਾ त्रिभुजां ਦਾ ਜੋੜਾ ਜਿਹੜਾ ਹੈਗਾ ਉਹ ਸਮਰੂਪ ਹੈ ਤੇ ਜੇ ਉਹ ਸਮਰੂਪ ਹੈ ਤਾਂ ਸਮਰੂਪਤਾ ਦਾ ਕਿਹੜਾ ਨਿਯਮ ਜਿਹੜਾ ਹੈਗਾ ਉਹ ਪਾਲਨ ਕਰਦਾ ਹੈ, ਕਿਹੜੇ ਨਿਯਮ ਦਾ। ਪਹਿਲੇ त्रिभुज ਦੇ ਵਿੱਚ ਦੇਖਦੇ ਹਾਂ ਵਿਦਿਆਰਥੀਓ ਅਸੀਂ ਦੇਖਦੇ ਹਾਂ ਕੋਣ A ਜਿਹੜਾ ਹੈ ਕੋਣ B ਦੇ ਬਰਾबर है क्योंकि 60 डिग्री है। ठीक है जी, कोण B ਜਿਹੜਾ ਹੈ ਉਹ ਕੋਣ Q ਦੇ ਬਰਾबर है ਕਿੰਨਾ ਹੈ 80 डिग्री है ਤੇ ਕੋਣ ਜਿਹੜਾ C ਹੈ ਉਹ ਬਰਾबर है कोण R ਦੇ ਬਰਾबर है 40 डिग्री। ਭਾਵ त्रिभुज ABC ਸਮਰੂਪ ਹੈ त्रिभुज PQR ਦੇ ਤੇ ਕਾਰਨ ਕੀ ਹੈ ਕੋਣ 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 ਨਿਯਮ ਦੀ ਸਮਰੂਪ ਨਿਯਮ ਦਾ ਜਿਹੜਾ ਨਿਯਮ ਹੈ ਸਮਰੂਪਤਾ ਦਾ ਉਸ ਦੇ ਨਾਲ ਜਿਹੜਾ ਹੈ ਅਸੀਂ ਇਹਨਾਂ ਦੋਵਾਂ त्रिभुजां ਨੂੰ ਆਪਸ ਦੇ ਵਿੱਚ ਸਮਰੂਪ ਕਹਿ ਸਕਦੇ ਹਾਂ।
आओ विद्यार्थियों चलते हैं अपने अगले प्रश्न के बाद। अगले प्रश्न के विच अगला जिहड़ा साडे कोल पार्ट है उस दे विच सानू कोण नहीं दिते हुए, उस दे विच सानू भुजावां दी लंबाई दित्ती हुई है ते असीं जाणदे हां जेकर सानू तीनों भुजावां दी लंबाई दित्ती है तो इस दे विच जिहड़ा साडा तीसरा नियम सी जिहड़ी SSSO नियम लग सकता है कि नहीं लग सकता है, ये आपां चेक करना है। ठीक है जी। देखो विद्यार्थियों इहदे विच मैं दोनों देखदा कि आ 2 है मेरे कोल, 2 का दुगुना कितना हो गया 4, 2 दूनी 4। हुण मैं देखता है कि बाकियों के नाल इदां दा रिलेशन बनदा है। देखो 3 है, 3 का दुगुना कितना हो गया 6, यह है 2.5, 2.5 का दुगुना कितना होंदा 5। सो भाव ये कि बई ਇਹਦੇ ਵਿੱਚ ਅਸੀਂ ਦੇਖਿਆ ਕਿ ਇਹ ਛੋਟੀ ਤ੍ਰਿਭੁਜ ਜਿਹੜੀ ਹੈਗੀ ਆ ਉਹਦੇ ਜਿਹੜੀ ਵੀ ਉਹਦੇ ਸਾਈਡਾਂ ਦੀ ਜਿਹੜੀ ਲੰਬਾਈ ਆ, ਠੀਕ ਹੈ ਜੀ, ਉਹ ਵੱਡੀ ਤ੍ਰਿਭੁਜ ਤੋਂ ਅੱਧੀ ਆ। ਜਾਂ ਫਿਰ ਅਸੀਂ ਇਹ ਕਹਿ ਸਕਦੇ ਹਾਂ ਕਿ ਵੱਡੀ ਤ੍ਰਿਭੁਜ ਦੇ ਵਿੱਚ ਸਾਈਡਾਂ ਜਿਹੜੀਆਂ ਹੈਗੀਆਂ ਨੇ ਉਹਦੀਆਂ ਭੁਜਾਵਾਂ ਆ, ਉਹਦੀ ਭੁਜਾਵਾਂ ਦੀ ਲੰਬਾਈ ਛੋਟੀ ਤ੍ਰਿਭੁਜ ਦੀਆਂ ਦੁਗਣੀਆਂ ਹਨ। ਇਸ ਦਾ ਅਰਥ ਇਹ ਹੋਇਆ ਕਿ ਇਹ ਆਪਸ ਦੇ ਵਿੱਚ ਦੇਖੋ ਕਿਵੇਂ ਕਹਿ ਸਕਦਾ ਮੈਂ ਇਹਨੂੰ ਕੀ ਦੱਸਣ ਦੇ, ਜੇਕਰ ਮੈਂ AB ਬਟਾ ਧਿਆਨ ਨਾਲ ਦੇਖੋ QR ਕਰਾਂ ਤੇ ਇਹ ਆ ਜਾਏਗਾ ਜੀ 2/4 ਬਰਾबर 1/2। ਇਸੇ ਤਰੀਕੇ ਦੇ ਨਾਲ ਜੇਕਰ ਮੈਂ AC ਬਟਾ PQ ਕਰਾਂ ਇਹ ਆ ਜਾਏਗਾ ਜੀ 3/6 ਬਰਾबर 1/2। ਇਸੇ ਤਰੀਕੇ ਦੇ ਨਾਲ ਜੇਕਰ ਮੈਂ ਲਾਸਟ BC ਬਟਾ QR ਕਰਾਂ ਉਹ ਆ ਜਾਏਗਾ ਜੀ 2.5/5। ਇਹ ਬਰਾਬਰ ਤੁਸੀਂ ਇਹਨੂੰ ਧਿਆਨ ਨਾਲ ਕਰਕੇ ਦੇਖੋ 2.5 ਦਾ ਦੁਗਣਾ 5 ਦਾ ਇਹ 1/2 ਆ ਜਾਏਗਾ। ठीक है जी, बराबर कितना आ जाएगा 1/2। सो प्यारे विद्यार्थियों आ साडे कोल जिहड़ी हैगी है चीज है ਇਹਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਸੰਗਤ ਭੁਜਾਵਾਂ ਦਾ ਜਿਹੜਾ ਅਨੁਪਾਤ ਹੈ ਉਹ ਹਰ ਕੇਸ ਦੇ ਵਿੱਚ 1/2 1/2 1/2 ਆ ਰਿਹਾ ਹੈ। ਇਸ ਦਾ ਅਰਥ ਹੈ ਕਿ ਇਹ ਸਾਰੇ ਅਨੁਪਾਤ ਬਰਾਬਰ ਹੈ। ਇਸ ਦਾ ਅਰਥ ਹੈ ਇਹ ਦੋਵੇਂ ਤ੍ਰਿਭੁਜਾਂ ਜਿਹੜੀਆਂ ਹੈਗੀਆਂ ਹਨ ਉਹ ਆਪਸ ਦੇ ਵਿੱਚ ਕੀ ਹੋਣਗੀਆਂ, ਸਮਰੂਪ ਹੋਣਗੀਆਂ ਤੇ ਸਮਰੂਪਤਾ ਦਾ ਕਿਹੜਾ ਨਿਯਮ ਪਾਲਣ ਕਰਨਗੀਆਂ, SSS। ठीक है जी, यानी कि भुजा 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 समरूपता का नियम पालन करते हुए ये दोवें भुजावां जिहड़ियां दोनों त्रिभुजां जिहड़ियां हैगियां आपस दे विच समरूप होणगियां। विद्यार्थियों इत्थे मैं तुहानूं एक होर चीज दसना चाहना, वो ये है कि त्रिभुज का जो नाम लिखा जाता है, वैसे तो असं 9वीं क्लास दे विच ये चीजां कीतियां चंगी तरह, लेकिन फिर भी मैं तुहानूं इत्थे दसना चाहना, मैं ये कह रहा त्रिभुज ABC समरूप है त्रिभुज, एक बच्चा बोलेगा सर PQR, तो की मैं ये सही लिख रहा हाँ, ये मैं चेक करना चाहना। देखो मेरे को इत्थे की है AB बटा ए की है जी PQ। जेकर मैं AB बटा PQ करा, AB इन्ना या PQ इन्ना, ये तो बन गया विद्यार्थियों 2/6 बराबर बन गया 1/3। लेकिन मेरे को समरूपता का नियम दे विच तां हर जिहड़ियां संगत भुजावां सी उन्हां दा अनुपात कितना आ रहा 1/2 आ रहा। इसका अर्थ है आप जिहड़ा हैगा त्रिभुज का नाम नहीं होएगा। ठीक है जी। सो फिर त्रिभुज का नाम की होना चाहिए है, देखो जेकर ए पहली AB है, AB नूं किहदे नाल आपां इहदी संगत भुजा किहड़ी देखी आपां QR, इसका अर्थ है ये आ जाएगा QR। BC दी संगत भुजा किहड़ी देखी, BC दी संगत भुजा RP, ਇਹਦਾ मतलब QRP ਜਿਹੜੀ ਹੈਗੀ त्रिभुज हैगी आ ਉਹ ਸਮਰੂਪ ਹੋਏਗੀ त्रिभुज ABC ਦੇ। ਇਹ ਵਿਦਿਆਰਥੀਓ ਬਹੁਤ ਇੰਪੋਰਟੈਂਟ ਚੀਜ਼ ਹੈ। ਇਹ ਕਦੋਂ ਇੰਪੋਰਟੈਂਟ ਹੋਏਗੀ ਸਾਡੇ ਲਈ, ਜਦੋਂ ਕਿ ਸਾਨੂੰ ਇਹ ਚੀਜ਼ ਕਿਸੇ ਨਾ ਕਿਸੇ ਪ੍ਰਸ਼ਨ ਦੇ ਵਿੱਚ ਇਹ ਦਿੱਤਾ ਹੋਏਗਾ ਕਿ ਆਹ ਦੋ त्रिभुजां ਆਪਸ ਦੇ ਵਿੱਚ ਸਮਰੂਪ ਹਨ, ਤਾਂ ਮੈਂ ਇਹ ਚੀਜ਼ ਦੱਸ ਸਕਦਾ ਹਾਂ ਕਿ ਦੇਖੋ ਆ ਸਮਰੂਪਤਾ ਦੇ ਨਿਯਮ ਦੇ ਨਾਲ ਆ ਚੀਜ਼ਾਂ ਦੋ ਸਮਰੂਪ ਹੋ ਗਈਆਂ। ਇਹਦੇ ਵਿੱਚ ਕੋਣਾਂ ਦੇ ਬਾਰੇ ਤਾਂ ਕੁਝ ਨਹੀਂ ਕਿਹਾ ਗਿਆ ਨਾ, ਲੇਕਿਨ ਹੁਣ ਮੈਂ ਆਪ ਜੀ ਨੂੰ ਇਹ ਦੱਸ ਸਕਦਾ ਕਿ ਕੋਣ A ਬਰਾਬਰ ਹੋਏਗਾ ਕੋਣ Q ਦੇ, क्योंकि जे तुसीं इत्थे PQR लिख दिंदे तो उन्हें की शो होना सी कि कोण A P दे बराबर है, जो कि गलत होना सी। ठीक है जी। हुण आ दो त्रिभुजां जिहड़ियां हैगियां बिल्कुल सही नाम नाल लिखियां गईयां। इसदा मतलब कोण A कोण Q दे बराबर है, कोण B जिहड़ा हैगा वो कोण R दे बराबर है ते कोण C जिहड़ा है कोण P दे बराबर है। सो विद्यार्थियों आ चीज जिहड़ी हैगी साडे वास्ते बड़ी इंपॉर्टेंट है ते अच्छी चीज है जिहनूं आपां अगले प्रश्नां दे विच इस्तेमाल करांगे। प्रश्न वैसे साडा पहला इत्थे तक ही सी। आओ विद्यार्थियों चलदे हां असीं अपने अगले प्रश्न दे वल। ਹੁਣ ਅੱਗੇ ਪ੍ਰਸ਼ਨ ਜਿਹੜੇ ਵਿਦਿਆਰਥੀ ਆਉਣਗੇ ਉਹ ਸਟੇਟਮੈਂਟ ਵਾਲੇ ਆਣਗੇ। ਸਟੇਟਮੈਂਟ ਵਾਲੇ ਪ੍ਰਸ਼ਨਾਂ ਦੀ ਖਾਸ ਗੱਲ ਇਹ ਹੈ ਕਿ ਦੇਖਣ ਨੂੰ ਪ੍ਰਸ਼ਨ ਔਖੇ ਲੱਗਦੇ ਹਨ, ਲੇਕਿਨ ਜਦੋਂ ਅਸੀਂ ਉਹਨਾਂ ਨੂੰ ਹੱਲ ਕਰਨਾ ਸ਼ੁਰੂ ਕਰਦੇ ਹਾਂ ਤੇ ਉਹ ਬੜੇ ਹੀ ਸੌਖੇ ਲੱਗਣ ਲੱਗ ਜਾਂਦੇ ਹਨ। ਅਗਲਾ ਪ੍ਰਸ਼ਨ ਹੈ ਵਿਦਿਆਰਥੀਓ ਪ੍ਰਸ਼ਨ ਨੰਬਰ 2, ਚਿੱਤਰ ਵਿੱਚ त्रिभुज ODC, ਇਹ ਮੈਂ ਦੁਬਾਰਾ ਲਿਖ ਦੇਣਾ ਸੌਰੀ, ODC समरूप है त्रिभुज OBA कोण BOC बराबर है 125 डिग्री अते कोण CDO बराबर है 70 डिग्री। ठीक है जी। आ दो चीजां दित्तियां हन ते असीं कोण
सॉरी फिर कर दो, कोण DOC कोमा कोण DCO ਅਤੇ कोण OAB ਨੂੰ ਜੋ ਹੈ ਉਹ ਪਤਾ ਕਰੋ। ठीक है जी, आ तीन चीजां सानू दित्तियां हुई है, मतलब आ एक चीज, दो चीज ते तीन चीजां सानू दित्तियां हुई है ते सानू ये कहा कि कोण पता करो। इस तो पहले ਅਸੀਂ ਇਹਦੇ ਵਿੱਚ ਇਹਦਾ ਡਾਇਗਰਾਮ ਵੀ ਜ਼ਰੂਰ ਬਣਾਵਾਂਗੇ। ਇਹਦਾ ਡਾਇਗਰਾਮ ਹੈ ਵਿਦਿਆਰਥੀਓ ਸਾਡੇ ਕੋਲ ਇਸ ਢੰਗ ਨਾਲ, ਇਹਦੇ ਵਿੱਚ ਇਹਨੂੰ ਇੱਧਰ ਨੂੰ ਜੋੜ ਦੋ, ਆ ਚੀਜ਼ ਇੱਧਰ ਆ ਗਈ। ਠੀਕ ਹੈ ਜੀ, ਇਹਨਾਂ ਦੇ ਨਾਮ ਵਿਦਿਆਰਥੀਓ ਲਿਖਦੇ ਹਾਂ। ਇਹ ਸਾਡੇ ਕੋਲ ਆ ਗਿਆ ਜੀ A B C D ਤੇ ਆ ਜਿਹੜਾ ਹੈਗਾ ਸੈਂਟਰ ਵਾਲਾ O ਹੈ। ਇਹਦੇ ਵਿੱਚ ਹੁਣ ਦੇਖਦੇ ਹਾਂ ਅਸੀਂ ਸਾਡੇ ਕੋਲ ਕਿਹੜੀ ਕਿਹੜੀ ਚੀਜ਼ ਦਿੱਤੀ ਹੋਈ। ਉਹਨੇ ਕਿਹਾ ODC OBA ਦੇ ਸਮਰੂਪ ਹੈ ਤੇ BOC ਬਰਾਬਰ 125 ਡਿਗਰੀ ਜਿਹੜਾ ਵਿਦਿਆਰਥੀਓ ਦਿੱਤਾ ਹੋਇਆ ਹੈ ਤੇ CDO ਜਿਹੜਾ ਹੈਗਾ ਉਹ 70 ਡਿਗਰੀ ਦਿੱਤਾ ਹੋਇਆ। ਉਸ ਤੋਂ ਬਾਅਦ ਤਿੰਨ ਕੋਣ ਜਿਹੜੇ ਹੈਗੇ ਪਤਾ ਕਰਨੇ ਆ। ਲੇਕਿਨ ਇਹ ਤਿੰਨ ਕੋਣ ਪਤਾ ਕਰਨ ਤੋਂ ਪਹਿਲਾਂ ਆਪ ਜੀ ਨੂੰ ਮੈਂ ਸਟਾਰਟਿੰਗ ਦੇ ਵਿੱਚ ਇੱਕ ਚੀਜ਼ ਦੱਸੀ ਸੀ, ਜਦੋਂ ਪਿਛਲੇ ਸਵਾਲ ਦੇ ਵਿੱਚ ਆਪਾਂ ਚੀਜ਼ ਕੀਤੀ ਸੀ, ਜੇਕਰ ਸਾਨੂੰ ਤ੍ਰਿਭੁਜ ਜਿਹੜਾ ਹੱਲ ਹੈ ਜੀ, ਜੇਕਰ ਸਾਨੂੰ ਤ੍ਰਿਭੁਜ ODC ਸਮਰੂਪ ਦਿੱਤੀ ਹੋਈ ਹੈ ਤ੍ਰਿਭੁਜ OBA ਦੇ, ਤਾਂ ਇਸ ਦਾ ਅਰਥ ਹੈ ਵਿਦਿਆਰਥੀਓ ਕਿ ਕੋਣ O ਕੋਣ O ਦੇ ਬਰਾਬਰ ਹੈ। ਕਿਹੜਾ ਵਾਲਾ? ਇਹਨੂੰ ਨੰਬਰ 1 ਲੈ ਲੈਂਦੇ ਆ, ਇਹਨੂੰ ਨੰਬਰ 2 ਲੈ ਲੈਂਦੇ ਆ। ਇਸ ਦਾ ਅਰਥ ਹੈ ਕੋਣ 1 ਕੋਣ 2 ਦੇ ਬਰਾਬਰ ਹੈ। ਇਹ ਸਮਰੂਪਤਾ ਦੇ ਨਿਯਮ ਦੇ ਨਾਲ ਹੈ, ਕਿਉਂਕਿ ਸਮਰੂਪ ਤ੍ਰਿਭੁਜਾਂ ਦੇ ਸੰਗਤ ਕੋਣ ਆਪਸ ਦੇ ਵਿੱਚ ਬਰਾਬਰ ਹੁੰਦੇ ਹਨ। ਤਾਂ ਕੋਣ 1 ਬਰਾਬਰ ਕੋਣ 2 ਹੋ ਗਿਆ। ਉਸ ਤੋਂ ਬਾਅਦ ਕੋਣ D ਤੇ ਕੋਣ B, ਕੋਣ D ਬਰਾਬਰ ਕੋਣ B ਦੇ ਹੋ ਗਿਆ ਤੇ ਕੋਣ C ਬਰਾਬਰ ਕੋਣ A ਦੇ ਹੋ ਗਿਆ। ਇੱਥੇ ਮੈਂ ਤੁਹਾਨੂੰ ਦੱਸਵਾਂ, ਕੋਣ C ਆਹ ਵਾਲਾ ਹੈ, ਕੋਣ A ਆਹ ਵਾਲਾ ਹੈ, ਕੋਣ D ਆ ਚੀਜ਼ ਹੈ ਤੇ ਕੋਣ B ਆ ਚੀਜ਼ ਹੈ। ਇਹ ਸਾਰੇ ਕੋਣ ਇਹਨਾਂ ਦੋ ਤ੍ਰਿਭੁਜਾਂ ਦੇ ਸੰਗਤ ਕੋਣ ਜਿਹੜੇ ਹਨ ਉਹ ਆਪਸ ਦੇ ਵਿੱਚ ਬਰਾਬਰ ਹਨ ਤੇ ਇਹ ਸਾਨੂੰ ਇਸ ਸਟੇਟਮੈਂਟ ਦੇ ਵਿੱਚ ਦਿੱਤਾ ਹੋਇਆ ਹੈ। ਦੂਸਰੀ ਚੀਜ਼ ਸਾਨੂੰ ਕੀ ਦਿੱਤੀ ਹੋਈ? 125 ਡਿਗਰੀ। ਕਹਿੰਦਾ ਕੋਣ 1 ਪਤਾ ਕਰਨਾ। ਆਓ ਵਿਦਿਆਰਥੀਓ ਸ਼ੁਰੂ ਕਰਦੇ ਹਾਂ। ਕੋਣ 1 ਜਮਾ 125 ਡਿਗਰੀ ਬਰਾਬਰ 180 ਡਿਗਰੀ। ਇਹ ਕਿਉਂ ਹੈ ਜੀ? ਕਿਉਂਕਿ ਇਹ ਰੇਖੀ ਜੋੜਾ ਹੈ। ठीक है, इधर देखो विद्यार्थियों, 1 जमा 125 बराबर एक रेखा के उत्ते बनया है जोड़ा, इस करके इहनूं की कहंदे हैं आपां? रेखी जोड़ा। ते रेखी जोड़े दा जिहड़ा जोड़ है दो कोणां दा वो 180 दे बराबर हुंदा है। इस दा अर्थ है कोण 1 बराबर 180 घटाओ 125 बराबर 55 डिग्री। ये साडा पहला पार्ट आ गया, यानी कि कोण 1। देखो कोण 1 की सी DOC, इस दा अर्थ है ये की है कोण DOC। कोण 1 जिहड़ा है वो कोण किहदे बराबर है? सॉरी हाँ, DOC के बराबर है। कोण 1 जिहड़ा है वो कोण DOC के बराबर है। इसका मतलब पहला सवाल साडा हल हो गया। दूसरे सवाल वाल आने हां। दूसरा सवाल है DCO। विद्यार्थियों जिहड़ा कोण DCO है ਉਹਨੂੰ ਕਿੱਦਾਂ ਕੱਢਿਆ ਜਾ ਸਕਦਾ ਹੈ? ਇਹਦੇ ਵਿੱਚ ਦੇਖੋ ਤ੍ਰਿਭੁਜ ਦੇ ਤਿੰਨਾਂ ਕੋਣਾਂ ਦਾ ਜੋੜ ਕਿੰਨਾ ਹੁੰਦਾ ਹੈ? 180 ਡਿਗਰੀ। ਇਸ ਦਾ ਮਤਲਬ ਹੈ ਤ੍ਰਿਭੁਜ DOC ਵਿੱਚ ਕੋਣ D ਜਮਾ ਕੋਣ C जमा कोण 1 बराबर 180 डिग्री। तुसी पता करना चाहते हो कोण C बराबर आ जाएगा 180 घटाओ कोण D घटाओ कोण 1 बराबर 180 घटाओ कोण D कितना है विद्यार्थियों? 70 डिग्री। ते कोण 1 विद्यार्थियों कितना कढ़िया आपां? 55 डिग्री। इसका अर्थ है 180 घटाओ 125 डिग्री ते एक ना आ जाएगा जी 55 डिग्री। आ साडे कोल विद्यार्थियों दूसरे प्रश्न का जवाब कोण C जिहड़ा हैगा कोण DCO ए भी साडे कोल निकल गया। कितना आ गया? कोण C बराबर 55 डिग्री। अब विद्यार्थियों चलते हैं अपने तीसरे कोण वाल। तीसरा कोण विद्यार्थियों मैनू दसन की लोड़ नहीं है। क्यों? इधर देखो, उन्हें पूछा कोण OAB, कोण OAB ਇਹਦਾ मतलब कोण A ਦੀ ਗੱਲ ਕਰ ਰਿਹਾ ਹੈ ਤੇ कोण A ਕਿਹਦੇ ਬਰਾबर ਹੈ? कोण C ਦੇ। ठीक है जी, इस चीज ਨੂੰ ਇੱਥੇ ਲਿਖੋ ਤੁਸੀਂ। ਅਸੀਂ ਜਾਣਦੇ ਹਾਂ ਕੀ ਜਾਣਦੇ ਹਾਂ ਅਸੀਂ? ਕੋਣ A ਬਰਾਬਰ ਕੋਣ C ਦੇ ਹੈ ਤੇ ਕੋਣ C ਕਿਹਦੇ ਬਰਾबर ਹੈ? 55 डिग्री। ਇਸ ਦਾ ਭਾਵ ਹੈ ਕੋਣ A ਬਰਾबर ਕਿੰਨਾ ਹੋ ਗਿਆ? 55 डिग्री। ਇਹਦਾ ਮਤਲਬ ਆ ਤੀਸਰਾ ਕੋਣ ਜਿਹੜਾ ਹੈਗਾ ਉਹ ਸਾਡਾ ਸਿੱਧਾ ਹੀ ਨਿਕਲ ਗਿਆ। ਉਹ ਸਿੱਧਾ ਕਿੱਥੋਂ ਨਿਕਲਿਆ ਵਿਦਿਆਰਥੀਓ? ਜਦੋਂ ਅਸੀਂ ਪ੍ਰਸ਼ਨ ਸਟਾਰਟ ਕੀਤਾ ਸੀਗਾ ਕਿ ਆਹ ਦੋ ਤ੍ਰਿਭੁਜਾਂ ਆਪਸ ਦੇ ਵਿੱਚ ਸਮਰੂਪ ਹਨ, ਤਾਂ ਇਹਨਾਂ ਦੋ ਸਮਰੂਪ ਤ੍ਰਿਭੁਜਾਂ ਦਾ ਜਿਹੜਾ ਸੀਗਾ ਉਹਦੇ ਵਿੱਚ ਅਸੀਂ ਦੱਸਿਆ ਸੀ ਸੰਗਤ ਕੋਣ ਆਪਸ ਵਿੱਚ ਬਰਾਬਰ ਹੁੰਦੇ ਹਨ। ਜੇਕਰ ਸੰਗਤ ਕੋਣ ਆਪਸ ਵਿੱਚ ਬਰਾਬਰ ਹਨ ਤੇ ਇਸ ਦਾ ਅਰਥ ਹੈ ਕੋਣ AC ਬਰਾਬਰ ਕੋਣ A ਦੇ। ਤੇ ਇਹੀ ਚੀਜ਼ ਜਿਹੜੀ ਹੈਗੀ ਆ ਲਾਸਟ ਪ੍ਰਸ਼ਨ ਦੇ ਵਿੱਚ ਆਪਾਂ ਲਗਾਈ। ਕੋਣ C ਸਾਨੂੰ 55 ਡਿਗਰੀ ਦਿੱਤਾ ਹੋਇਆ ਹੈ। ਜੇਕਰ ਕੋਣ C 55 ਡਿਗਰੀ ਹੈ ਤੇ ਕੋਣ A ਕੋਣ C ਦੇ ਬਰਾबर ਹੈ ਤੇ ਕੋਣ A ਵੀ ਕਿੰਨਾ ਹੋ ਜਾਏਗਾ ਵਿਦਿਆਰਥੀਓ? 55 डिग्री। आओ विद्यार्थियों चलते हैं अपने अगले प्रश्न के बाद। मैं उम्मीद करता हूं ਤੁਹਾਨੂੰ ਇਹ ਪ੍ਰਸ਼ਨ ਵੀ ਸਮਝ ਲੱਗਿਆ ਹੋਵੇਗਾ।
अगला प्रश्न भी साडा विद्यार्थियों स्टेटमेंट वाला ही है, लेकिन समझ के करने वाला है। ठीक है विद्यार्थियों, चलो लिखते हैं विद्यार्थियों अपने अगले प्रश्न के वाल चलते हैं। अगले प्रश्न के विच सानू चित्र नहीं दिता हुआ, चित्र असी आप बनावांगे। अगला प्रश्न है समलंब चतुर्भुज, समलंब चतुर्भुज ए बी सी डी जिस विच देखो समलंब चतुर्भुज दिता ए बी सी डी, जिस विच ए बी समानांतर है डी सी, ठीक है जी, दे विकर्ण एसी अते बीडी डीबी आपस विच ओ ते कटदे हन। ठीक है जी, ਜਿਹੜੇ ਵਿਕਰਨ ਹੈ ਉਹ ਦੋਨੋਂ ਔ ਤੇ ਕੱਟਦੇ ਹਨ ਤੇ ਦੋ त्रिभुजां ਦੀ ਸਮਰੂਪਤਾ कसौटी ਦਾ प्रयोग करते हुए दिखाओ कि OA बटा OC बराबर है OB बटा OD। ਇਹ ਵਿਦਿਆਰਥੀਓ ਆਪਾਂ ਦਿਖਾਣਾ ਚਾਹੁੰਦੇ ਹਾਂ ਉਹਨੂੰ। ਠੀਕ ਹੈ ਜੀ, ਇਧਰਲਾ ਹਿੱਸਾ ਅਸੀਂ ਛੱਡ ਦਿੰਦੇ ਹਾਂ ਹੱਲ ਕਰਨ ਦੇ ਲਈ। ਆ ਪ੍ਰਸ਼ਨ ਹੈ, ਇੱਕ ਵਾਰੀ ਫਿਰ ਪ੍ਰਸ਼ਨ ਪੜ੍ਹਦੇ ਹਾਂ ਤੇ ਨਾਲ ਚਿੱਤਰ ਬਣਾਉਂਦੇ ਹਾਂ। समलंब चतुर्भुज, देखो समलंब चतुर्भुज बना लेने हैं जी। आ लो जी, आ साडे को बन गया समलंब चतुर्भुज। ठीक है जी, A B C D देखो इको सर्कल दे विच चलना है। A B C D नहीं किसी ने लिखना, A B C D उस दे विच A B समानांतर है DC दे, AD DC दे समानांतर है। दे विकर्ण AC ਅਤੇ BD ਆਪਸ ਦੇ ਵਿੱਚ ਕਿੱਥੇ ਕੱਟਦੇ ਹਨ ਵਿਦਿਆਰਥੀ? O ਤੇ ਕੱਟਦੇ ਹਨ। ਠੀਕ ਹੈ, ਇਹੀ ਲਿਖਿਆ ਇਹਨਾਂ ਨੇ। ਦੋ ਤ੍ਰਿਭੁਜਾਂ ਦੀ ਸਮਰੂਪਤਾ ਦੀ ਕਸੌਟੀ ਦੇ ਨਾਲ ਅਸੀਂ ਆਹ ਚੀਜ਼ ਜਿਹੜੀ ਹੈਗੀ ਉਹ ਸਿੱਧ ਕਰਨਾ ਚਾਹੁੰਦੇ ਹਾਂ ਕਿ OA ਬਟਾ OC ਬਰਾਬਰ ਹੈ OB ਬਟਾ OD ਦੇ। ਵਿਦਿਆਰਥੀਓ ਇਹਦੇ ਵਿੱਚ ਮੈਂ ਕੁਝ ਇੱਕ ਚੀਜ਼ਾਂ ਦੱਸਣਾ ਚਾਹੁੰਦਾ। ਦੇਖੋ ਜਿਹੜੀ ਚੀਜ਼ ਇਹਨੇ ਇੱਥੇ ਸਮਾਨਾਂਤਰ ਦਿੱਤੀ ਹੋਈ ਆ, ਉਹ ਸਮਾਨਾਂਤਰ ਜਿਹੜੀ ਚੀਜ਼ ਦਿੱਤੀ ਆ ਉਹ ਸਾਨੂੰ ਕੋਣਾਂ ਦਾ ਜਿਹੜਾ ਆਪਸੀ ਸੰਬੰਧ ਹੈ ਉਹ ਲੱਭਣ ਵਿੱਚ ਮਦਦ ਕਰੇਗੀ। ਦੇਖੋ ਆਹ ਵਾਲਾ ਤੇ ਆਹ ਵਾਲਾ ਕੋਣ, ਇਸ ਨੂੰ ਕੋਣ 1 ਦਾ ਨਾਮ ਦੇਣਾ, ਇਸ ਨੂੰ 2 ਦਾ, ਇਸ ਨੂੰ ਕੋਣ 3 ਦਾ ਨਾਮ ਦੇ ਦੇਣਾ, ਇਸ ਨੂੰ ਕੋਣ 4 ਦਾ। ਦੇਖੋ ਕਿਉਂ? ਕਿਉਂਕਿ ਜੇਕਰ AB समानांतर है DC ਦੇ ਤਾਂ AC ਜੋ ਹੈ ਉਸ ਦਾ ਕੀ ਹੈ? ਇੱਕ ਸ਼ਾਬਾਸ਼, ਇਹ ਦੋ ਸਮਾਨਾਂਤਰ ਰੇਖਾਵਾਂ ਨੂੰ ਕੱਟਦੀ ਹੋਈ ਇੱਕ ਰੇਖਾ ਹੈ। ਠੀਕ ਹੈ ਜੀ, ਇਸ ਦੇ ਲਈ ਕੋਣ 1 ਤੇ ਕੋਣ 2 ਕਿਹੜੇ ਕੋਣ ਬਣ ਜਾਂਦੇ ਹਨ? ਇਕਾਂਤਰ ਕੋਣ ਬਣ ਜਾਂਦੇ ਹਨ। ਇਸੇ ਤਰੀਕੇ ਨਾਲ ਜੇਕਰ ਜਿਹੜੀ BD ਇਸ ਦੀ ਕਾਟਵੀਂ ਰੇਖਾ ਹੋਵੇ ਤੇ ਕੋਣ 3 ਤੇ ਕੋਣ 4 ਕੀ ਬਣ ਜਾਣਗੇ? ਉਸਦੇ ਇਕਾਂਤਰ ਕੋਣ ਬਣ ਜਾਣਗੇ। ਤੇ ਜੇਕਰ ਦੋ ਤ੍ਰਿਭੁਜਾਂ ਆਪਸ ਜੋ ਦੋ ਲਾਈਨਾਂ ਆਪਸ ਦੇ ਵਿੱਚ ਪੈਰਲਲ ਹੋਣ, ਠੀਕ ਹੈ ਜੀ, ਸਮਾਨਾਂਤਰ ਹੋਣ, ਤਾਂ ਉਹਨਾਂ ਦੇ ਇਕਾਂਤਰ ਕੋਣ ਆਪਸ 'ਚ ਬਰਾਬਰ ਹੁੰਦੇ ਹਨ। ਆਜੋ ਵਿਦਿਆਰਥੀਓ ਕਰੀਏ ਆਪਾਂ। ਤ੍ਰਿਭੁਜ AOB ਅਤੇ ਤ੍ਰਿਭੁਜ ਦੇਖੋ AOB ਤੇ ਤ੍ਰਿਭੁਜ COD ਵਿੱਚ ਇਹਨਾਂ ਦੋ ਤ੍ਰਿਭੁਜਾਂ ਵਿੱਚ ਦੇਖਦੇ ਆ ਕੋਣ 1 ਬਰਾਬਰ ਕੋਣ 2 ਦੇ, ਕੋਣ 1 ਬਰਾਬਰ ਕੋਣ 2 ਦੇ, ਕੋਣ 3 ਬਰਾਬਰ ਕੋਣ 4 ਦੇ। ਇਹਨਾਂ ਦੋਹਾਂ ਦਾ ਇੱਕ ਹੀ ਕਾਰਨ ਹੈ, ਉਹ ਕੀ ਹੈ? ਇਕਾਂਤਰ ਕੋਣ। ਦੇਖੋ ਜੇਕਰ ਮੈਂ ਇਹਦਾ ਡਾਇਗਰਾਮ ਦੇ ਵਿੱਚ ਵੀ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ AB DC ਦੇ ਸਮਾਨਾਂਤਰ ਹੈ। ਜੇਕਰ ਇਹਦੇ ਸਮਾਨਾਂਤਰ ਹੋਏਗਾ ਇਸ ਦਾ ਅਰਥ ਹੈ ਕੋਣ 1 ਕੋਣ 2 ਦੇ ਬਰਾਬਰ ਹੋਏਗਾ, ਕੋਣ 3 ਕੋਣ 4 ਦੇ ਬਰਾਬਰ ਹੋਏਗਾ, ਕਿਉਂਕਿ ਇਹ ਇਕਾਂਤਰ ਕੋਣ ਹਨ। ਠੀਕ ਹੈ ਜੀ, ਅੱਛਾ ਜੇਕਰ ਦੋ ਕੋਣ ਬਰਾਬਰ ਹੋ ਗਏ ਤਾਂ ਤ੍ਰਿਭੁਜਾਂ ਆਪਸ ਵਿੱਚ ਕੀ ਬਣ ਗਈਆਂ? ਸਮਰੂਪ। ਇਹ ਹੋ ਗਈਆਂ ਤ੍ਰਿਭੁਜਾਂ ਆਪਸ ਵਿੱਚ ਕੀ ਹੋ ਗਈਆਂ ਵਿਦਿਆਰਥੀਓ? ਸਮਰੂਪ ਹੋ ਗਈਆਂ। ਤੇ ਕਿਹਦੇ ਨਾਲ ਹੋਈਆਂ? ਐਂਗਲ ਯਾਨੀ ਕਿ ਕੋਣ ਕਸੌਟੀ ਦੇ ਨਾਲ ਇਹ ਜਿਹੜੀਆਂ ਆਪਸ ਵਿੱਚ ਸਮਰੂਪ ਹੋ ਗਈਆਂ। ਤੇ ਸਮਰੂਪ ਤ੍ਰਿਭੁਜਾਂ ਦੀਆਂ ਸੰਗਤ ਭੁਜਾਵਾਂ ਦਾ ਅਨੁਪਾਤ ਆਪਸ ਵਿੱਚ ਬਰਾਬਰ ਹੁੰਦਾ ਹੈ। ਇਸ ਤੋਂ ਭਾਵ ਇਹ ਹੈ ਕੀ ਸਾਡੇ ਕੋਲ ਨਿਕਲਦਾ ਹੈ? ਇਹਦਾ ਅਰਥ ਹੈ OA ਬਟਾ OC ਬਰਾਬਰ ਹੈ OB ਬਟਾ OD ਦੇ। ਚਲੋ ਦੇਖਦੇ ਹਾਂ OA ਬਟਾ OC ਬਰਾਬਰ OB ਬਟਾ OD। ਆ ਸਾਡੇ ਕੋਲ ਬਿਲਕੁਲ ਸਹੀ ਨਿਕਲ ਗਿਆ। ਠੀਕ ਹੈ ਜੀ, ਆਹੀ ਚੀਜ਼ ਚਾਹੀਦੀ ਸੀਗੀ। ਤੇ ਇਸ ਦਾ ਕਾਰਨ ਕੀ ਲਿਖਣਾ ਹੈ? ਅਸੀਂ ਕਾਰਨ ਤੁਸੀਂ ਆਪ ਲਿਖੋਗੇ। ਕਾਰਨ ਤੁਸੀਂ ਲਿਖੋਗੇ ਇਸ ਦਾ ਵਿਦਿਆਰਥੀਓ ਕਿ ਸੰਗਤ ਜੋ ਜਿਹੜੀਆਂ ਸਮਰੂਪ ਤ੍ਰਿਭੁਜਾਂ ਹਨ ਉਹਨਾਂ ਦੀਆਂ ਸੰਗਤ ਭੁਜਾਵਾਂ ਦਾ ਅਨੁਪਾਤ ਹਮੇਸ਼ਾ ਬਰਾਬਰ ਹੁੰਦਾ ਹੈ। ਤੇ ਉਹ ਅਨੁਪਾਤ ਆਪਾਂ ਬਰਾਬਰ ਕਰ ਦਿੱਤਾ ਤੇ ਇਹੀ ਸਾਡੇ ਸਵਾਲ ਦਾ ਜਵਾਬ ਹੈ। ਠੀਕ ਹੈ, ਚਲੋ ਆਓ ਵਿਦਿਆਰਥੀਓ ਚੱਲਦੇ ਹਾਂ ਆਪਣੇ ਅਗਲੇ ਪ੍ਰਸ਼ਨ ਦੇ ਵੱਲ। ਪ੍ਰਸ਼ਨ ਨੰਬਰ 4 ਜਿਹੜਾ ਹੈ ਉਹ ਵੀ ਵਿਦਿਆਰਥੀਓ ਇਸੇ ਤਰੀਕੇ ਦੇ ਨਾਲ थोड़ा जिहा समझने वाला प्रश्न है। सवाल मुश्किल नहीं है लेकिन प्रश्न को थोड़ा जिहा समझ के करने वाला सवाल है। ठीक है जी,
ਤੇ ਇਹਦੇ ਵਿੱਚ ਦਿਖਾਣੇ ਆਪਾਂ। ਇਹਦੇ ਵਿੱਚ ਪ੍ਰਸ਼ਨ ਨੰਬਰ 4 ਦੇ ਵਿੱਚ ਸਾਨੂੰ ਚਿੱਤਰ ਦਿੱਤਾ ਹੋਇਆ ਹੈ, ਉਹ ਮੈਂ ਤੁਹਾਨੂੰ ਪੂਰੀ ਬਣਾ ਕੇ ਦਿਖਾਣਾ। चित्र विच QR जो है QR बटा QS बराबर है QT बटा PR अते कोण एक बराबर कोण दो है। ठीक है जी, आ चीज दी हुई है चित्र में। चित्र को तुहानू बना के दिखावांगे। उस तो कहता है कि दिखाओ कि त्रिभुज PQS समरूप है त्रिभुज TQR। ठीक है जी, ਇਹ ਚੀਜ਼ ਆਪਾਂ ਉਹਨਾਂ ਨੂੰ ਦੱਸਣੀ ਹੈਗੀ ਆ। ਤੇ ਇਹਦੇ ਵਿੱਚ ਸਾਡੇ ਕੋਲ ਜਿਹੜਾ ਚਿੱਤਰ ਹੈ, ਡਾਇਗਰਾਮ ਹੈ, ਉਹ ਸਾਡੇ ਕੋਲ ਦਿੱਤਾ ਹੋਇਆ ਹੈ, ਉਹ ਇਹ ਹੈ। ਇਹਦੇ ਵਿੱਚ ਆ ਜਾਂਦਾ ਜੀ ਇਹ T, ਇਹ ਹੈਗਾ ਜੀ Q, TQR, ਇੱਥੇ ਇੱਕ S ਹੈ ਤੇ ਇੱਥੇ ਇੱਕ P ਹੈ। ਇਹ P ਬਣ ਗਿਆ ਵਿਦਿਆਰਥੀਓ, ਇਹ ਆ ਗਿਆ ਜੀ S ਤੇ ਇਹਨੂੰ ਇੱਥੇ R ਦੇ ਨਾਲ ਵੀ ਉਹਨੇ ਜੋੜ ਦਿੱਤਾ। ਇਹਦੇ ਵਿੱਚ ਉਹਨੇ ਕੋਣ 1 ਤੇ ਕੋਣ 2 ਕਿਹਨੂੰ ਕਿਹਾ? ਉਹ ਕਹਿੰਦਾ ਜੀ ਇਹ ਕੋਣ 1 ਹੈ ਤੇ ਆਹ ਵਾਲਾ ਜਿਹੜਾ ਅੰਦਰਲਾ ਕੋਣ ਹੈ ਇਹ ਕੋਣ 2 ਹੈ। ठीक है जी, आ जी चीज विद्यार्थियों सानू दित्ती हुई है ते असीं ये सिद्ध करना चाहते हैं कि दो त्रिभुजां आपस विच समरूप हैं। असीं जानते हैं समरूपता दे नियम दे विच असीं एक नियम इदां दा भी कीता सी जिहदे विच दो भुजावां आपस विच समरूप मतलब जिहड़ियां उन्हां दे अनुपात आपस विच बराबर दित्ते होण ते उन्हां दे विचाले वाला कोण आपस विच बराबर होवे। पहली नज़र ते देखण नूं लगदा कि नहीं दित्ता होया, पर ध्यान दिओ जिहड़ा कोण 1 ते कोण 2 है वो इन्हां दे विचाले नहीं आंदा। ते दूसरी चीज QR बटा QS, आ गल बनदी है अपनी। देखो QR बटा QS, ठीक है जी, बराबर QT बटा Q किधर देता है QT बटा PR आ रहा जी अपने को ए P है विद्यार्थियों PR। ठीक है, QT बटा PR चाहिए मैनू की सी PQ। ठीक है जी, सो पहले नंबर के उत्ते आपां की करांगे क्योंकि देखो हल कर रहे हैं असीं दा, क्योंकि कोण 1 बराबर कोण 2। देखो कोण 1 कोण 2 दे बराबर है, इसलिए त्रिभुज PQR विच देखो विद्यार्थियों जदों भी साडे कोल एक गल हमेशा याद रखनी है, जेकर एक त्रिभुज PQR दे विच दो कोण आपस दे विच बराबर दिते गए होण, यानी कि कोण 1 बराबर कोण 2 दे दिता गया होवे तां जिहड़ा कोण 1 कोण 2 दे बराबर है उस दे सन्मुख भुजावां ਜਿਹੜੀਆਂ ਹੈਗੀਆਂ ਉਹ ਆਪਸ ਦੇ ਵਿੱਚ ਬਰਾਬਰ ਹੁੰਦੀਆਂ ਹਨ। ਇਸ ਦਾ ਅਰਥ ਹੈ PQR त्रिभुज ਦੇ ਵਿੱਚ ਕੋਣ 1 ਕੋਣ 2 ਦੇ ਬਰਾबर ਹੈ ਤੇ ਕੋਣ 1 ਦੇ ਸਨਮੁਖ ਭੁਜਾ ਕਿਹੜੀ ਹੈ? PR। ਇਸ ਦਾ ਅਰਥ ਹੈ PR ਬਰਾबर ਹੈ ਕੋਣ 2 ਦੇ ਸਨਮੁਖ ਭੁਜਾ ਕਿਹੜੀ ਹੈ? PQ ਦੇ। ਠੀਕ ਹੈ ਜੀ, ਹੁਣ ਦੇਖੋ ਵਿਦਿਆਰਥੀਓ ਸਾਨੂੰ ਦਿੱਤਾ ਕੀ ਹੋਇਆ? ਸਾਨੂੰ ਦਿੱਤਾ ਹੋਇਆ ਇੱਥੇ ਲਿਖ ਦਿੰਦਾ ਮੈਂ QR ਬਟਾ QS ਬਰਾबर है QT बटा PR ਦੇ। ठीक है जी, ਇਹ ਸਾਨੂੰ ਕੀ ਹੈ ਦਿੱਤਾ ਹੈ ਵਿਦਿਆਰਥੀਓ। ਠੀਕ ਹੈ ਜੀ, ਇਹ ਚੀਜ਼ ਸਾਨੂੰ ਦਿੱਤੀ ਹੋਈ ਹੈ ਤੇ ਇਹਦੇ ਵਿੱਚ ਮੈਂ ਇਹਨੂੰ ਨੰਬਰ 1 ਪਾ ਦਿੰਦਾ ਹੈ। 1 ਤੋਂ ਦੇਖੋ 1 ਤੋਂ ਸਾਨੂੰ ਕੀ ਪਤਾ ਲੱਗਦਾ ਹੈ कि QR बटा QS बराबर है QT बटा, देखो विद्यार्थियों जिथे PR लिखा है ਉਹਦੀ ਜਗ੍ਹਾ मैं की लिख दांगा हुण PQ, क्योंकि दोनों बराबर ने। एक ही आ गया PQ, ਇਹਨੂੰ नंबर 2 पा दांगे। ठीक है, हुण इस चीज ਨੂੰ मैं चित्र ਦੇ ਵਿੱਚ देखना। इधर देखो विद्यार्थियों QR बटा QS बराबर QT बटा PQ ਤੇ ਆਪਾਂ ਕਿਹੜੀਆਂ ਤ੍ਰਿਭੁਜਾਂ ਦੀ ਗੱਲ ਕਰ ਰਹੇ ਹਾਂ? PQS। ਦੇਖੋ ਵਿਦਿਆਰਥੀਓ P ਇਹਨੂੰ ਧਿਆਨ ਨਾਲ ਥੋੜਾ ਡਾਰਕ ਕੋਡ ਕਰ ਦਿੰਦੇ ਆ। PQS ਆ ਵਾਲੀ ਤ੍ਰਿਭੁਜ ਦੀ ਗੱਲ ਕਰ ਰਿਹਾ ਮੈਂ। ਠੀਕ ਹੈ ਜੀ, ਇਸ ਤ੍ਰਿਭੁਜ ਦੀ ਗੱਲ ਕਰ ਰਹੇ ਹਾਂ ਕਿਹਦੇ ਨਾਲ? ਵੱਡੀ ਤ੍ਰਿਭੁਜ ਦੇ ਨਾਲ। ਹੁਣ ਧਿਆਨ ਨਾਲ ਦੇਖੋ QR बटा QS ਵੱਡੀ ਤ੍ਰਿਭੁਜ ਦੀ ਭੁਜਾ ਬਟਾ ਛੋਟੀ ਤ੍ਰਿਭੁਜ ਦੀ ਭੁਜਾ ਤੇ ਵੱਡੀ ਤ੍ਰਿਭੁਜ ਦੀ ਭੁਜਾ ਬਟਾ ਛੋਟੀ ਤ੍ਰਿਭੁਜ ਦੀ ਭੁਜਾ ਤੇ ਇਹਦੇ ਵਿੱਚ ਕੋਣ 1 ਕੋਣ 2 ਦੇ ਬਰਾਬਰ, ਕੋਣ 1 ਅਤੇ ਕੋਣ 1 ਬਰਾਬਰ ਕੋਣ 1 ਦੇ ਇਹ ਸਾਂਝਾ ਕੋਣ ਹੈ। ਕਿਹਨਾਂ ਦਾ ਸਾਂਝਾ ਕੋਣ ਹੈ? ਇਹਨਾਂ ਦੋ ਤ੍ਰਿਭੁਜਾਂ ਦਾ। ਠੀਕ ਹੈ ਜੀ, ਇਹਨਾਂ ਦੋ ਤ੍ਰਿਭੁਜਾਂ ਦਾ ਸਾਂਝਾ ਕੋਣ ਹੈ। ਇਹਨੂੰ ਨੰਬਰ 3 ਕਰ ਦਿੰਦਾ। ਇੱਥੇ ਮੈਂ ਲਿਖਾਂਗਾ 2 ਅਤੇ 3 ਤੋਂ। 2 ਤੇ 3 ਤੋਂ ਮੈਨੂੰ ਕੀ ਪਤਾ ਲੱਗਦਾ ਹੈ? 2 ਤੇ 3 ਤੋਂ ਮੈਨੂੰ ਪਤਾ ਲੱਗਦਾ ਹੈ त्रिभुज PQS समरूप है त्रिभुज TQR ਦੇ ਤੇ ਕਾਰਨ ਹੈ SAS। ਠੀਕ ਹੈ ਵਿਦਿਆਰਥੀਓ, ਇਹਦੇ ਵਿੱਚ ਥੋੜਾ ਜਿਹਾ ਇੱਕ ਛੋਟੀ ਜਿਹੀ ਚੀਜ਼ ਸਮਝਣ ਵਾਲੀ ਹੈ ਕਿ QR ਬਟਾ QS QT ਬਟਾ PR ਸਾਨੂੰ ਦਿੱਤਾ ਹੋਇਆ ਸੀ। ਉੱਪਰ ਮੈਂ ਸਿੱਧ ਕਰ ਦਿੱਤਾ ਕਿ PR ਜਿਹੜਾ ਹੈਗਾ PQ ਦੇ ਬਰਾਬਰ ਹੈ। ਇੱਥੇ ਮੈਂ PR ਦੀ ਜਗ੍ਹਾ ਕੀ ਲਿਖ ਦਿੱਤਾ? PQ ਲਿਖ ਦਿੱਤਾ ਹੈ। ਤੇ ਜੇਕਰ ਮੈਂ PR ਦੀ ਜਗ੍ਹਾ PQ ਲਿਖ ਦਿੱਤਾ ਇਹਦਾ ਮਤਲਬ ਤੇ ਅਤੇ ਕੋਣ 1 ਬਰਾਬਰ ਕੋਣ 1 ਦੇ, ਕੋਣ 1 ਕੋਣ 1 ਦੇ ਹੀ ਬਰਾਬਰ ਹੈ। 2 ਤੇ 3 ਤੋਂ ਸਾਨੂੰ ਕੀ ਪਤਾ ਲੱਗਦਾ ਹੈ? ਆਹ 2 ਨੰਬਰ ਹੈ, ਆਹ 3 ਨੰਬਰ ਹੈ। ਸਾਨੂੰ ਕੀ ਪਤਾ ਲੱਗਦਾ ਹੈ ਕਿ ਆਹ ਵਾਲੀ ਤ੍ਰਿਭੁਜ ਛੋਟੀ ਤ੍ਰਿਭੁਜ ਇਸ ਵੱਡੀ ਤ੍ਰਿਭੁਜ ਤੇ ਸਮਰੂਪ ਹੈ ਤੇ ਸਮਰੂਪਤਾ ਦਾ ਕਿਹੜਾ ਨਿਯਮ ਫੋਲੋ ਕਰਦੀ ਹੈ?
ਭੁਜਾ ਭੁਜਾ ਆ ਦੋ ਭੁਜਾਵਾਂ ਨੇ ਆ ਕੋਣ ਹੈ ਭੁਜਾ ਕੋਣ ਭੁਜਾ ਦੇਖੋ ਇੱਕ ਆ ਭੁਜਾ ਠੀਕ ਹੈ ਜੀ ਦੂਜੀ ਭੁਜਾ ਆ ਹੈ ਫਿਰ ਛੋਟੀ ਤ੍ਰਿਭੁਜ ਦੀ ਭੁਜਾ ਆ ਹੈ ਵੱਡੀ ਤ੍ਰਿਭੁਜ ਦੀ ਭੁਜਾ ਆ ਵੱਡੀ ਵੱਡੀ ਹੈ ਤੇ ਇਹਨਾਂ ਦੋਨਾਂ ਦਾ ਕੋਣ ਜਿਹੜਾ ਹੈਗਾ ਵਿਚਾਲਾ ਕੋਣ ਇਹਦਾ ਸਾਂਝਾ ਹੀ ਆ ਠੀਕ ਹੈ ਜੀ ਇਸ ਦਾ ਅਰਥ ਹੈ ਭੁਜਾ ਕੋਣ ਭੁਜਾ ਦੇ ਸਮਰੂਪਤਾ ਦੇ ਨਿਯਮ ਦੇ ਨਾਲ ਜਿਹੜਾ ਹੈ ਇਹ ਦੋ ਤ੍ਰਿਭੁਜਾਂ ਆਪਸ ਦੇ ਵਿੱਚ ਕੀ ਹੋ ਜਾਂਦੀਆਂ ਹਨ ਸਮਰੂਪ ਹੋ ਜਾਂਦੀਆਂ ਹਨ ਸੋ ਵਿਦਿਆਰਥੀਓ ਮੈਂ ਉਮੀਦ ਕਰਦਾ ਹਾਂ ਤੁਸੀਂ ਇਸ ਚੀਜ਼ ਨੂੰ ਬੜੇ ਵਧੀਆ ਤਰੀਕੇ ਨਾਲ ਸਮਝਿਆ ਹੋਵੇਗਾ ਆਓ ਵਿਦਿਆਰਥੀਓ ਅਗਲਾ ਪ੍ਰਸ਼ਨ ਜੋ ਹੈ ਉਹ ਮੈਂ ਤੁਹਾਨੂੰ ਹੋਮਵਰਕ ਲਈ ਦਊਂਗਾ ਠੀਕ ਹੈ ਜੀ ਉਹਦਾ ਮੈਂ ਤੁਹਾਨੂੰ ਸਿਰਫ ਹਿੰਟ ਦਵਾਂਗਾ ਹੱਲ ਨਹੀਂ ਕਰਾਂਗਾ ਉਹਨੂੰ ਮੈਂ ਤੁਹਾਨੂੰ ਸਿਰਫ ਹਿੰਟ ਦਵਾਂਗਾ ਤੇ ਤੁਸੀਂ ਉਸ ਨੂੰ ਖੁਦ ਆਪਣੇ ਲੈਵਲ ਦੇ ਉੱਤੇ ਕਰਨ ਦੀ ਕੋਸ਼ਿਸ਼ ਕਰਿਓ ਠੀਕ ਹੈ ਜੀ ਪ੍ਰਸ਼ਨ ਨੰਬਰ 5 ਹੈ ਵਿਦਿਆਰਥੀਓ ਤ੍ਰਿਭੁਜ PQR ਦੀਆਂ ਭੁਜਾਵਾਂ PR ਅਤੇ QR ਉੱਤੇ ਕ੍ਰਮਵਾਰ ਬਿੰਦੂ S ਅਤੇ T ਇਸ ਤਰ੍ਹਾਂ ਸਥਿਤ ਹਨ ਕਿ P बराबर RTS है दिखाओ कि त्रिभुज RPQ समरूप है त्रिभुज RPS ठीक है जी विद्यार्थियों ये ਤੁਹਾਡੀ एक्सरसाइज 6.3 ਦਾ ਪੰਜਵਾਂ ਸਵਾਲ ਹੈ ਕਰਨਾ ਤੁਸੀਂ ਆਪ ਹੈ ਲੇਕਿਨ ਲਗਭਗ ਸਾਰਾ ਸਵਾਲ ਮੈਂ ਤੁਹਾਨੂੰ ਇੱਥੇ ਸਮਝਾ ਦੇਣਾ ਇਹਨੂੰ ਕਾਪੀਆਂ ਦੇ ਉੱਤੇ ਕ੍ਰਮਵਾਰ ਤਰੀਕੇ ਦੇ ਨਾਲ ਕਰਨਾ ਤੁਸੀਂ ਹੈ ਵਧੀਆ ਤਰੀਕੇ ਦੇ ਨਾਲ ਦੇਖੋ ਕਿਵੇਂ ਸਭ ਤੋਂ ਪਹਿਲਾਂ ਉਹਨੇ ਕਿਹਾ ਤ੍ਰਿਭੁਜ PQR ਹੈ ਆ ਬਣਾ ਕੀ ਤ੍ਰਿਭੁਜ ਠੀਕ ਹੈ ਜੀ ਇਹ ਮੈਂ ਬਣਾ ਦਿੱਤੀ PQR ਆ ਤ੍ਰਿਭੁਜ ਬਣ ਗਈ ਆਪਣੇ ਕੋਲ ਇਸ ਦੇ ਵਿੱਚ ਉਹਨੇ S ਬਿੰਦੂ ਜਿਹੜਾ ਹੈਗਾ PR ਦੇ ਉੱਤੇ ਹੈ ਆ ਲਓ ਜੀ ਇਹਨੂੰ ਬਿੰਦੂ S ਲੈ ਲੈਂਦੇ ਆ ਜੀ T ਬਿੰਦੂ ਜਿਹੜਾ ਹੈਗਾ ਉਹ QR ਦੇ ਉੱਤੇ ਹੈ ਠੀਕ ਹੈ ਜੀ ਫਿਰ ਉਹਨੇ ਕਿਹਾ ਕਿ ਕੋਣ P ਬਰਾਬਰ ਹੈ ਕੋਣ RTS ਯਾਨੀ ਕਿ ਉਹਨੂੰ ਜੋੜਨਾ ਪਏਗਾ ਇਹਦਾ ਮਤਲਬ ਆ ਵਾਲਾ ਕੋਣ ਇਸ ਕੋਣ ਦੇ ਬਰਾਬਰ ਹੈ ਠੀਕ ਹੈ ਜੀ ਚਲੋ ਵਿਦਿਆਰਥੀਓ ਤੁਸੀਂ ਮੈਂ ਤੁਹਾਨੂੰ ਕਿਹਾ ਇਹ ਤੁਸੀਂ ਆਪ ਕਰਨਾ ਮੈਂ ਤੁਹਾਨੂੰ ਸਿਰਫ ਹਿੰਟ ਦੇ ਰਿਹਾ ਲੇਕਿਨ ਹਿੰਟ ਦਿੰਦੇ ਸਵਾਲ ਹੱਲ ਹੋ ਜਾਣਾ ਠੀਕ ਹੈ ਜੀ ਆਪਾਂ ਫਿਰ ਵੀ ਦਵਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਥੋੜਾ ਜਿਹਾ ਦੇਖੋ ਤ੍ਰਿਭੁਜ RTS ਅਤੇ ਤ੍ਰਿਭੁਜ RPQ ਵਿੱਚ ਦੇਖੋ ਆ ਦੋ ਤ੍ਰਿਭੁਜਾਂ ਚੱਕ ਲਈਆਂ RTS ਤੇ RPQ ਇਹਦੇ ਵਿੱਚ ਜਿਹੜਾ ਇੱਕ ਕੋਣ ਉਹਨੇ ਦਿੱਤਾ ਹੋਇਆ ਕੋਣ P ਬਰਾਬਰ ਕੋਣ RTS ਆ ਦਿੱਤਾ ਹੋਇਆ ਠੀਕ ਹੈ ਜੀ ਦਿੱਤਾ ਹੈ ਦੇਖੋ ਆ ਚੀਜ਼ ਤਾਂ ਦਿੱਤੀ ਹੋਈ ਹੈ ਉਹਨੇ ਠੀਕ ਹੈ ਜੀ ਕੋਣ R ਦੇ ਬਰਾਬਰ ਹੈ ਕਿਉਂਕਿ ਇਹ ਦੋਵਾਂ ਦਾ ਸਾਂਝਾ ਕੋਣ ਹੈ ਦੋਨਾਂ ਤ੍ਰਿਭੁਜਾਂ ਕੋਣ R ਬਰਾਬਰ ਕੋਣ R ਦੇ ਹੈ ਠੀਕ ਹੈ ਜੀ ਇਸ ਲਈ ਤ੍ਰਿਭੁਜ RTS ਸਮਰੂਪ ਹੈ ਤ੍ਰਿਭੁਜ RPQ ਦੇ ਤੇ ਨਿਯਮ ਹੈ ਕੋਣ ਠੀਕ ਹੈ ਵਿਦਿਆਰਥੀਓ ਸੋ ਸਵਾਲ ਨੂੰ ਮੈਂ ਚਾਹਤਾ ਦੱਸਗਾ ਤੁਸੀਂ ਆਪ ਹੱਲ ਕਰੋ ਲੇਕਿਨ ਸਵਾਲ ਜਿਹੜਾ ਹੈ ਉਹ ਇੰਨਾ ਸੌਖਾ ਸੀ ਚਲੋ